इश्तियाक अहमद, राजमोहन गांधी और जगतार सिंह गरेवाल, कृपाल सिंह हिस्टोरीਅਨ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲੇ ਸੀ ਉਹ, ਪ੍ਰਿਤਪਾਲ ਸਿੰਘ ਕਪੂਰ, ਜਿੰਨੇ ਵੀ ਨੇ ਕਿਸੇ ਨੇ ਵੀ ਇਹ ਐਵੀਡੈਂਸ ਪੜ੍ਹ ਕੇ ਇਹਨੂੰ ਦਬਾ ਦਿੱਤਾ। ਇਹਦੇ ਤੇ ਕੋਈ ਕਿਸੇ ਨੇ ਗੱਲ ਨਹੀਂ ਕੀਤੀ। ਪਾਕਿਸਤਾਨ ਮੁਰਦਾਬਾਦ ਔਰ ਝੰਡਾ ਪਾੜਨ ਤੋਂ ਬਾਅਦ ਕਿਰਪਾਨ ਨਾਲ, ਔਰ ਕਿਰਪਾਨ ਨੰਗੀ ਐ ਮੁਸਲਮਾਨਾਂ ਵੱਲ, ਜਿੱਥੇ ਮੁਸਲਿਮ ਗੈਦਰਿੰਗ ਵੀ ਸੀ ਨਾ, ਉਹਦੇ ਵੱਲ ਐ ਲਹਿਰਾਈ ਨੰਗੀ ਕਿਰਪਾਨ। In my last week's report, I referred to the continued rumors that the Sikhs were likely to make trouble after boundary commission. ਸਿੱਖਾਂ ਨੂੰ ਪਾਰਟੀਕੂਲਰਲੀ ਉਹ ਨਾਂ ਸਿੱਖਾਂ ਦਾ ਲੈਂਦਾ ਵੀ ਸਿੱਖ ਟਰਬਲ ਕਰਨਗੇ, ਹੋਰ ਕਿਸੇ ਦਾ ਨਹੀਂ ਲਿਆ। ਦੀ ਡਾਇਲੌਗ ਟਾਈਮ ਦੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ। ਦੋਸਤੋ, ਅੱਜ ਆਪਾਂ ਇੱਕ ਸਿੱਖ ਤਵਾਰੀਖ ਦੇ ਵਿੱਚ ਇੱਕ ਐਸੀ ਸ਼ਖਸੀਅਤ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਬਾਰੇ ਬਹੁਤ ਤਰੀਕੇ ਦੇ ਅਲੱਗ-ਅਲੱਗ ਵਿਚਾਰ ਨੇ। ਉਹਨਾਂ ਦੀਆਂ ਤਸਵੀਰਾਂ ਤੁਸੀਂ ਬਾਹਰ ਦੇ ਜਿੰਨੇ ਵੀ ਗੁਰਦੁਆਰੇ ਨੇ, ਈਵਨ ਕਿ ਇੰਡੀਆ ਦੇ ਵਿੱਚ ਵੀ ਹਰ ਗੁਰਦੁਆਰੇ ਦੇ ਵਿੱਚ ਲੱਗੀਆਂ ਹੁੰਦੀਆਂ ਨੇਗੀਆਂ, ਕਿਉਂਕਿ ਉਹਨਾਂ ਨੂੰ ਪੰਥ ਦੇ ਵਿੱਚ ਉਹਨਾਂ ਦਾ ਇੱਕ ਸਥਾਨ ਆ ਬਹੁਤ ਵੱਡਾ, ਤੇ ਉਹਨਾਂ ਦੀ ਪੰਥ ਨੂੰ ਬਹੁਤ ਵੱਡੀ ਦੇਣ ਹੈ। ਇੰਟੈਲੈਕਚੁਅਲ ਲੈਵਲ ਹੈ ਨਾ ਜਿਹੜਾ ਪੰਥ ਨੂੰ ਜਿਹਨੂੰ ਵਿਦਵਤਾ ਕਹੀ ਜਾਂਦੀ ਆ, ਉਹਦੇ ਵਿੱਚ ਉਹਨਾਂ ਦੀ ਜਿਹੜੀ ਦੇਣ ਹੈ ਉਹ ਇੱਕ ਲਾ ਮਿਸਾਲ ਹੈ। ਤੇ ਉਹ ਮਹਾਨ ਸ਼ਖਸੀਅਤ ਨੇ ਸਰਦਾਰ ਕਪੂਰ ਸਿੰਘ ਜੀ। ਉਹਨਾਂ ਦੀ ਜਿਹੜੇ ਜੀਵਨ ਦੇ ਬਾਰੇ, ਉਹਨਾਂ ਦੇ ਜੀਵਨ ਦੇ ਸੰਘਰਸ਼ ਦੇ ਬਾਰੇ, ਤੇ ਹੋਰ ਕਈ ਜਿਹੜੇ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਅੱਖੀ ਡਿੱਠੀਆਂ, ਉਹ ਭਾਵੇਂ ਭਗਤ ਸਿੰਘ ਹੁਣਾਂ ਬਾਰੇ ਹੋਣ ਜਾਂ ਫਿਰ ਮਾਸਟਰ ਤਾਰਾ ਸਿੰਘ, ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਇਹ ਸਾਰੀ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਬਲਦੇਵ ਸਿੰਘ ਜੀ ਕਪੂਰਥਲੇ ਤੋਂ, ਇੰਡੀਆ ਤੋਂ ਸਾਡੇ ਨਾਲ ਜੁੜੇ ਹੋਏ ਨੇਗੇ, ਜੋ ਕਿ ਇੱਕ ਸਕਾਲਰ ਨੇਗੇ। ਉਹਨਾਂ ਨੇ ਸਰਦਾਰ ਕਪੂਰ ਸਿੰਘ ਹੁਣਾਂ ਤੇ ਬੁੱਕਸ ਵੀ ਲਿਖੀਆਂ ਨੇਗੀਆਂ, ਤੇ ਉਹਨਾਂ ਦੇ ਵੱਖ-ਵੱਖ ਹੋਰ ਵਿਸ਼ਿਆਂ ਤੇ ਵੀ ਬੁੱਕਸ ਸ਼ਾਇਆ ਹੋ ਚੁੱਕੀਆਂ ਨੇਗੀਆਂ। ਸਰਦਾਰ ਕਪੂਰ ਸਿੰਘ ਜੀ ਦਾ ਜਿਹੜਾ ਜੀਵਨ ਹੈ ਉਹ ਇੱਕ ਆਪਣੇ ਆਪ ਵਿੱਚ ਸਾਨੂੰ ਇੱਕ ਸਿੱਖਣ ਨੂੰ ਵੀ ਮਿਲਦਾ ਹੈ ਕਿ ਕਿਵੇਂ ਇੱਕ ਆਮ ਘਰ 'ਚ ਪੈਦਾ ਹੋ ਕੇ ਫਿਰ ਉਹਨਾਂ ਨੇ ICS ਉਸ ਵੇਲੇ ਜਿਹੜੀ ਅੱਜ ਕੱਲ੍ਹ ਤਾਂ IAS ਆ ਉਹਨੂੰ ਪਾਸ ਕੀਤਾ, ਤੇ ਹੋਰ ਬਹੁਤ ਕੁਛ ਹੈ। ਤੋਂ ਸਰਦਾਰ ਬਲਦੇਵ ਸਿੰਘ ਜੀ, ਮੈਂ ਤੁਹਾਡਾ ਦੀ ਡਾਇਲੌਗ ਟਾਈਮ ਦੇ ਮੰਚ ਤੇ ਆਉਣ ਤੇ ਸਵਾਗਤ ਕਰਦਾ ਹਾਂ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਤੁਸੀਂ ਸਾਨੂੰ ਜੇ ਸ਼ੁਰੂ ਵਿੱਚ ਦੱਸਣਾ ਹੋਵੇ ਕਿ ਸਰਦਾਰ ਕਪੂਰ ਸਿੰਘ ਦਾ ਜਨਮ ਤੇ ਉਹਨਾਂ ਦੀ ਜਿਹੜੀ ਮੁੱਢਲੀ ਵਿੱਦਿਆ ਉਹ ਕਿੱਥੋਂ ਉਹਨਾਂ ਨੇ ਪ੍ਰਾਪਤ ਕੀਤੀ? ਕਿਉਂਕਿ ਜੀ ਮੈਂ ਸਰਦਾਰ ਕਪੂਰ ਸਿੰਘ ਨਾਲ 1970 ਤੋਂ ਬਾਅਦ ਮੇਰਾ ਸੰਪਰਕ ਹੋਇਆ, ਤੇ ਉਸ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਜੁੜਿਆ ਰਿਹਾ ਅਖੀਰ ਤੱਕ। 1986 ਜਦੋਂ ਪੂਰੇ ਹੋਏ ਜੀ, ਮੈਨੂੰ ਇਸ ਦੌਰਾਨ ਉਹਨਾਂ ਦਾ ਕਾਫੀ ਕੁਝ ਪਤਾ ਲੱਗਾ, ਜਿਹੜਾ ਮੈਂ ਸਾਂਭ ਕੇ ਰੱਖਿਆ। ਉਹ ਉਹਨਾਂ ਦੇ ਪੁਰਖੇ ਜਿਹੜੇ ਸੀ ਮਾਲਵੇ ਦੇ ਸੀ। ਜ਼ਿਆਦਾ ਅੰਗਰੇਜ਼ਾਂ ਨੇ ਜ਼ਿਮੀਂਦਾਰਾਂ ਨੂੰ, ਉਹ ਜਿਹੜੇ ਮਿਹਨਤ ਕਰਦੇ ਸੀ ਜੀ, ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਤਾਂ ਕਿ ਉਹ ਹੋਰ ਪੈਦਾਵਾਰ ਕਰ ਸਕਣ, ਤੇ ਭੁੱਖਮਰੀ ਨਾ ਇੰਡੀਆ 'ਚ ਫੈਲੇ। ਦੁਬਾਰਾ ਇੱਕ ਦਫਾ ਕਾਲ ਪੈ ਗਿਆ ਸੀ ਜੀ, ਤੇ ਪੰਜਾਬ ਦੇ ਜ਼ਿਮੀਂਦਾਰਾਂ ਨੂੰ ਬੜਾ ਮਿਹਨਤੀ ਸਮਝਦੇ ਸੀ ਅੰਗਰੇਜ਼, ਔਰ ਉਹਨਾਂ ਨੇ ਬੜੀਆਂ ਜ਼ਮੀਨਾਂ ਤੇ ਹੋਰ ਸਹੂਲਤਾਂ, ਪਾਣੀ, ਨਹਿਰਾਂ, ਸਾਰਾ ਕੁਝ ਦਿੱਤਾ ਉਹਨਾਂ ਨੂੰ ਜੀ। ਤੇ ਉਹਦੇ ਵਿੱਚ ਸਰਦਾਰ ਕਪੂਰ ਸਿੰਘ ਦੇ ਪੁਰਖੇ ਬਾਰ ਦੇ ਇਲਾਕੇ 'ਚ ਚਲੇ ਗਏ ਸੀ ਜੀ। ਸਰਦਾਰ ਕਪੂਰ ਸਿੰਘ ਦਾ ਜਨਮ ਉੱਥੇ ਹੀ ਹੋਇਆ, ਬਾਰ ਦੇ ਇਲਾਕੇ 'ਚ ਹੀ ਜਨਮ ਹੋਇਆ। ਮਗਰ ਉਹ ਪੁਰਾਣਾ ਜਿਹੜਾ ਆਪਣਾ ਲਿੰਕ ਹੈ, ਪੁਰਾਣਾ ਇਤਿਹਾਸ ਹੈ, ਪੁਰਾਣਾ ਪਿੰਡ ਹੈ, ਉਹ ਕਦੀ ਨਹੀਂ ਭੁੱਲਦਾ। ਸਾਡੀ ਸਾਈਕੀ 'ਚ ਉਹ ਹਮੇਸ਼ਾ ਰਹਿੰਦਾ। ਹੁਣ ਜਿੱਦਾਂ ਭਗਤ ਸਿੰਘ ਦੇ ਪੁਰਖੇ ਪੁਰਾਣੇ ਖਟਕਰ ਕਲਾਂ ਦੇ ਸੀ, ਮਗਰ ਭਗਤ ਸਿੰਘ ਦਾ ਜਨਮ ਵੀ ਲਾਇਲਪੁਰ ਸੀ। ਹਾਂ, ਬਿਲਕੁਲ, ਉਹਦੀ ਪੁਰਖੇ ਉੱਥੇ ਹੀ ਸੀ। ਇਸ ਕਰਕੇ ਭਗਤ ਸਿੰਘ ਕਦੀ ਖਟਕਰ ਕਲਾਂ ਆਇਆ ਨਹੀਂ, ਮਗਰ ਅੱਜ ਦੇ ਪੰਜਾਬ 'ਚ ਉਹ ਉਸਨੂੰ ਉਸਦਾ ਮੰਨਿਆ ਜਾਂਦਾ। ਤੇ ਇਸ ਤਰ੍ਹਾਂ ਸਰਦਾਰ ਕਪੂਰ ਸਿੰਘ ਦਾ ਵੀ ਪੁਰਾਣਾ ਪਿੰਡ ਜਿਹੜਾ ਸੀ ਮਾਲਵੇ ਸੀ, ਮਗਰ ਉਹ ਲਾਇਲਪੁਰ ਦੇ ਜੰਮਪਲ, ਔਰ ਉੱਥੇ ਹੀ ਪੜ੍ਹੇ, ਪਿੰਡ ਦੇ ਸਕੂਲ 'ਚ ਪੜ੍ਹੇ। ਫਿਰ ਉਹਨਾਂ ਨੇ ਗੌਰਮੈਂਟ ਕਾਲਜ ਦੇ ਵਿੱਚ BA ਕੀਤੀ, ਫਿਰ MA ਕੀਤੀ ਪੰਜਾਬ ਯੂਨੀਵਰਸਿਟੀ ਲਾਹੌਰ, ਫਿਲਾਸਫੀ ਦੀ ਫਸਟ ਕਲਾਸ। ਫਿਰ ਉੱਥੋਂ ਉਹ ਫਰਦਰ ਸਟੱਡੀਜ਼ ਵਾਸਤੇ ਕੈਂਬਰਿਜ ਚਲੇ ਗਏ, ਕੈਂਬਰਿਜ ਯੂਨੀਵਰਸਿਟੀ।
ਐਡਮਿਸ਼ਨ ਹੋਈ, ਉਹਨਾਂ ਨੇ ਫਿਰ ਉੱਥੇ 2 ਸਾਲ ਲਾਏ। ਮੋਰਲ ਸਾਇੰਸਿਸ ਦੀ ਟ੍ਰਿਪੋਜ਼ ਉੱਥੋਂ ਉਹਨਾਂ ਨੂੰ 2 ਸਾਲ 'ਚ ਮਿਲੀ। ਜੀ ਤੇ ਉੱਥੇ ਹੀ ਉਸੇ 1933 ਵਿੱਚ ਹੀ ਉਹਨਾਂ ਨੇ ਐਗਜ਼ਾਮ ਦਿੱਤਾ ਔਰ ICS ਉਹ ਕਲੀਅਰ ਕਰ ਲਈ ਔਰ ਉਹਦੇ ਜੁਆਇਨ ਕੀਤਾ। ਓਕੇ। ਤੇ ਜਦੋਂ ਆਪਾਂ ਉਹਨਾਂ ਦੀ ਇੱਕ ਬੁੱਕ ਉਹਨਾਂ ਵੱਲੋਂ ਰਚਿਤ ਆ ਸਾਚੀ ਸਾਖੀ ਜਦੋਂ ਪੜ੍ਹਦੇ ਹਾਂ ਨਾ, ਉਹਨਾਂ ਨੇ ਆਪਣੇ ਕੁਝ ਕਿੱਸੇ ਲਿਖੇ ਨੇਗੇ, ਸਪੈਸ਼ਲੀ ਉਹ ਕੈਂਬਰਿਜ ਵਾਲੇ, ਤੇ ਉਹ ਕੁਝ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋਗੇ? ਉਹ ਐਕਚੁਅਲੀ ਸ਼ੁਰੂ ਤੋਂ ਐਕਟਿਵ ਸੀ ਪੰਥਕ ਮਾਮਲਿਆਂ 'ਚ, ਸਿੱਖ ਇਸ਼ੂਜ਼ 'ਚ ਬੜੇ, ਕਿਉਂਕਿ ਫਿਲਾਸਫੀ ਦੀ ਉਹਨਾਂ ਦੀ ਸਟੱਡੀ ਸੀ ਔਰ ਉਹ ਸਿੱਖ ਫਿਲਾਸਫੀ ਨਾਲ, ਦੁਨੀਆ ਦੀ ਫਿਲਾਸਫੀ ਨਾਲ ਕੰਪੈਰੀਟਿਵਲੀ ਜੁੜੇ ਹੋਏ ਸੀ ਜੀ। ਤੇ ਉੱਥੇ ਮਿਲਦੇ ਸੀ, ਅਲਾਮਾ ਇਕਬਾਲ ਨੂੰ ਵੀ ਮਿਲੇ, ਹੋਰ ਜਿਹੜੇ ਮੇਰੇ ਖਿਆਲ ਸ਼ਿਪ 'ਚ ਜਾਂਦੇ ਹੋਏ ਮਿਸਟਰ ਜਿਨ੍ਹਾਂ ਨੂੰ ਵੀ ਮਿਲੇ। ਮਾਸਟਰ ਤਾਰਾ ਸਿੰਘ ਨੂੰ ਤਾਂ ਐਜ਼ ਏ ਸਟੂਡੈਂਟ ਉੱਥੇ ਉਹਨਾਂ ਦੇ ਜਿੱਥੇ ਉਹ ਹੈਡਮਾਸਟਰ ਸੀ ਤੇ ਉੱਥੇ ਸਟੂਡੈਂਟ ਸੀ, ਉਹ ਉਦੋਂ ਉਹਨਾਂ ਨੂੰ ਐਜ਼ ਏ ਸਟੂਡੈਂਟ ਮਿਲੇ, ਮੈਟ੍ਰਿਕ ਦਾ ਜਦ ਉਹ ਸੀ। ਫਿਰ ਬਾਅਦ 'ਚ ਜਦ ICS ਕਰਕੇ ਆ ਗਏ ਫਿਰ ਵੀ ਉਹਨਾਂ ਨੂੰ ਮਿਲਦੇ ਰਹੇ। 1933 ਪੰਜਾਬ 'ਚ ਆ ਕੇ ਪੋਸਟ ਹੋ ਗਏ, ਫਿਰ ਵੀ ਉਹ ਮਾਸਟਰ ਤਾਰਾ ਸਿੰਘ ਨੂੰ ਮਿਲਦੇ ਸੀ ਜੀ। ਤੇ ਉਹਨਾਂ ਦੇ ਨਾਲ ਉਹਨਾਂ ਦੇ ਲਿੰਕ ਸੀ। ਫਿਰ ਉੱਥੇ ਜਿੱਥੇ ਕੈਂਬਰਿਜ ਯੂਨੀਵਰਸਿਟੀ ਪੜ੍ਹਦੇ ਸੀ ਤੇ ਉੱਥੇ ਉਹਨਾਂ ਦੇ ਜਿਹੜੇ ਟੀਚਰ ਸੀ ਉਹ ਬੜੇ ਉਸ ਜ਼ਮਾਨੇ ਦੇ, ਉਸ ਵਕਤ ਦੇ ਬੜੇ ਉੱਚ ਵਿਦਵਾਨ ਸੀ, ਜਿਨ੍ਹਾਂ 'ਚ ਐਡਮਲਟਾਈਨ ਵੀ, ਪ੍ਰੋਫੈਸਰ ਹੈਰਲਡ ਲਾਸਕੀ, ਬਰਟਰੈਂਡ ਰਸਲ, ਇਹ ਉਹਨਾਂ ਨੂੰ ਕੈਂਬਰਿਜ ਯੂਨੀਵਰਸਿਟੀ 'ਚ ਪੜ੍ਹਾਉਂਦੇ ਹੁੰਦੇ ਸੀ ਫਿਲਾਸਫੀ ਦੀ। ਇਹ ਉਹਨਾਂ ਦੇ ਟੀਚਰ, ਉਹਨਾਂ ਨੇ ਦੁਨੀਆ ਦੇ ਟੌਪ ਦੇ ਜਿਹੜੇ ਇੰਟਲੈਕਚੁਅਲ ਸੀ ਉਹਨਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ। ਔਰ ਜਿਹੜਾ ਮੋਰਲ ਸਾਇੰਸਿਸ ਦੀ ਜਿਹੜੀ ਸਟੱਡੀ ਸੀ ਉਹਨਾਂ ਦੀ, ਉਹਦੇ ਵਿੱਚ ਇਹੀ ਦਰਸਾਇਆ ਜਾਂਦਾ ਸੀ, ਸਟ੍ਰੈਸ ਕੀਤਾ ਜਾਂਦਾ ਸੀ ਔਰ ਪਰਪੱਕ ਕੀਤਾ ਜਾਂਦਾ ਸੀ ਵੀ ਸੱਚ ਬੋਲਣਾ, ਸੱਚ ਬੋਲਣ ਤੋਂ ਡਰਨਾ ਨਹੀਂ। ਉਹ ਐਥੀਕਲ ਔਰ ਮੋਰਲ ਸਾਇੰਸਿਸ ਦੀ ਜਿਹੜੀ ਉਹਨਾਂ ਦੀ ਪਰਪੱਕਤਾ ਸੀ, ਉਸ ਨੂੰ ਲੈ ਕੇ ਸਾਚੀ ਸਾਖੀ ਜਿਹੜੀ ਉਹਨਾਂ ਨੇ ਲਿਖੀ, ਉਹਦੇ ਵਿੱਚ ਕੁਛ ਵੀ ਜੋ ਸੱਚ 100% ਸੱਚ ਉਹ ਉਹਨਾਂ ਨੇ ਸਿੱਖਿਆ। ਔਰ ਉਹ ਮੋਸਟਲੀ ਆਈ ਵਿਟਨੈਸ ਸੀ, ਮੋਸਟਲੀ ਉਸ ਮੌਕੇ ਦੇ ਗਵਾਹ ਸੀ। ਉਹ ਜਦ ਸਾਰਾ ਕੁਝ ਵਾਪਰ ਰਿਹਾ ਸੀ, ਉਹ ਇੱਕ ਅਹਿਮ, ਪਹਿਲਾਂ ਐਜ਼ ਏ ਸਟੂਡੈਂਟ, ਫਿਰ ਬਾਅਦ ਇੱਕ ਐਜ਼ ਐਨ ICS ਅਫਸਰ, ਉਹ ਸਾਰੀਆਂ ਗੱਲਾਂ ਉਹ ਆਪ ਦੇਖਦੇ ਸੁਣਦੇ ਸੀ। ਸੋ ਇਸ ਕਰਕੇ ਉਹ ਕੁਛ ਵੀ ਬਦਨਾਮ ਕਰਨ ਵਾਸਤੇ ਸਿੱਖ ਇਸ਼ੂ ਨੂੰ ਕਰਦੇ ਲੋਕੀ ਗੱਲਾਂ, ਮਗਰ ਉਹ ਬਿਲਕੁਲ ਸੱਚ ਲਿਖਿਆ। ਮੇਰੇ ਕੋਲ ਉਹਦੇ ਐਵੀਡੈਂਸਸ ਨੇ ਜੀ। ਉਸ ਤੋਂ ਬਾਅਦ ਐਡੀਸ਼ਨਲ ਐਵੀਡੈਂਸਸ ਮਿਲੇ ਕਿ ਸਰਦਾਰ ਕਪੂਰ ਸਿੰਘ ਸੱਚ ਸੀ, ਲਾਲਾ ਜਗਤ ਰਾਏ ਦੇ ਮਾਮਲੇ 'ਚ, ਭਗਤ ਸਿੰਘ ਦੇ ਮਾਮਲੇ 'ਚ, ਇਹਦੇ ਲਾਲਾ ਲਾਜਪਤ ਰਾਏ ਦੇ ਮਾਮਲੇ 'ਚ ਜੀ, ਹੋਰ ਜਿੰਨੇ ਵੀ ਸੀ ਸਭ ਸੱਚ। ਠੀਕ। ਅੱਛਾ, ਜਦੋਂ ਉਹਨਾਂ ਦੇ ਜ਼ਿੰਦਗੀ ਦੇ ਜਿਹੜੇ ਉਹਨਾਂ ਨੇ ਲਾਹੌਰ ਦੇ ਵਿੱਚ ਵਕਤ ਬਿਤਾਇਆ ਤੇ ਉਹਦੇ ਵਿੱਚ ਜਿਹੜਾ ਉਹਨਾਂ ਨੇ ਹੁਣ ਤੁਸੀਂ ਮਾਮਲਿਆਂ ਦਾ ਜ਼ਿਕਰ ਕਰ ਦਿੱਤਾ ਹੈ ਆਲਰੇਡੀ, ਤੇ ਯਾਨੀ ਕਿ ਲਾਲਾ ਲਾਜਪਤ ਰਾਏ ਦਾ ਜਿਹੜਾ ਮਾਮਲਾ ਸੀਗਾ, ਉਹਦੇ ਵਿੱਚ ਵੀ ਉਹ ਆਈ ਵਿਟਨੈਸ ਉਹਨੇ ਉੱਥੇ ਕੀ ਦੇਖਿਆ? ਦੇਖੋ ਜੀ, ਉਹਨਾਂ ਨੇ ਤਾਂ ਜੋ ਦੇਖਿਆ, ਜਿਹੜੀ ਇੱਕ ਗੱਲ ਹੋਰ ਦੱਸਣੀ ਚਾਹੀਦੀ ਸੀ ਮੈਨੂੰ ਬਾਅਦ 'ਚ ਐਵੀਡੈਂਸ, ਐਜ਼ ਏ ਐਵੀਡੈਂਸ ਮਿਲੀ ਜੀ। ਇਕੱਲਾ ਲਾਲਾ ਲਾਜਪਤ ਰਾਏ ਨਹੀਂ ਸੀ ਉਹ ਸੈਮਨ ਕਮਿਸ਼ਨ ਨੂੰ ਡਿਮੋਨਸਟ੍ਰੇਟ ਉਹਦੇ ਅਗੇਂਸਟ ਕਰ ਰਿਹਾ, ਪੰਡਿਤ ਮਦਨ ਮੋਹਨ ਮਾਲਵੀਆ ਵੀ ਉਹਦੇ ਨਾਲ ਖੜਾ ਸੀ ਜੀ। ਇਹ ਟ੍ਰਿਬਿਊਨ, ਉਦੋਂ ਦੀ ਟ੍ਰਿਬਿਊਨ ਲਾਹੌਰ ਦੀ 1928 ਦੀ, ਉਹਦੇ 'ਚ ਇਹ ਰਿਪੋਰਟ ਛਪੀ ਹੈ ਔਰ ਉਸ ਰਿਪੋਰਟ ਦੇ ਵਿੱਚ ਲਿਖਿਆ ਮਾਲਵੀਆ ਐਂਡ ਲਾਜਪਤ ਰਾਏ। ਓਕੇ। ਉਹ ਰਿਪੋਰਟ ਮੈਂ ਤੁਹਾਨੂੰ ਦਿਖਾਣਾ, ਟ੍ਰਿਬਿਊਨ, ਇੰਗਲਿਸ਼ ਟ੍ਰਿਬਿਊਨ ਲਾਹੌਰ ਜੀ। ਉਹਦੇ ਵਿੱਚ ਇੱਕ ਵੀ ਸੈਂਟੈਂਸ ਜਾਂ ਲਫ਼ਜ਼ ਨਹੀਂ ਹੈ ਜਿਹੜਾ ਇੰਡੀਕੇਟ ਕਰੇ ਵੀ ਲਾਲਾ ਲਾਜਪਤ ਰਾਏ ਨੂੰ ਇੱਕ ਵੀ ਸੋਟੀ ਜਾਂ ਡਾਂਗ ਕਿਸੇ ਨੇ ਮਾਰੀ ਆ, ਪੁਲਿਸ ਵਾਲੇ ਨੇ। ਇਹ ਬਾਅਦ 'ਚ ਉਹ, ਕਿਉਂਕਿ ਗਦਰ ਪਾਰਟੀ ਦੇ ਜਿਹੜੇ ਉੱਥੇ ਉਹ ਅਮਰੀਕਾ 'ਚ ਸੀ ਜਦ,
ਕੈਨੇਡਾ ਸੀ, ਉੱਥੇ ਉਹ ਗਿਆ ਸੀ। ਉੱਥੇ ਜਿਹੜੇ ਪੰਜਾਬੀ ਲੇਬਰਰ ਸੀ ਔਰ ਗਦਰ ਪਾਰਟੀ ਦੇ ਮੈਂਬਰ ਸੀ, ਉਹਨਾਂ ਨੇ ਕਾਫੀ ਫੰਡ ਦਿੱਤੇ ਸੀ ਉਸਨੂੰ ਵੀ ਇਹ ਸਾਡਾ ਬੰਦਾ ਆਪਣਾ ਪੰਜਾਬੀ ਭਰਾ ਹੈ, ਇਹ ਜਦ ਇੰਡੀਆ ਜਾਏਗਾ, ਪੰਜਾਬ ਜਾਏਗਾ, ਇਹ ਫੰਡ ਜਿਹੜੇ ਨੇ ਸਾਡੀ ਗਦਰ ਪਾਰਟੀ ਜਿਹੜੀ ਉੱਥੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਉਹ ਪੈਸੇ ਦੇ ਮਗਰ ਉਹਨੇ ਉਹ ਪੈਸੇ ਦਿੱਤੇ ਨਹੀਂ ਔਰ ਆਪਣਾ ਨਿੱਜੀ ਉਹਨੇ ਕਾਲਜ ਬਣਾ ਲਿਆ, ਕੀ ਕੁਝ ਕਰ ਲਿਆ, ਇਸ ਤਰ੍ਹਾਂ ਨਿੱਜੀ ਫਾਇਦੇ ਵਾਸਤੇ ਉਹ ਪੈਸੇ ਯੂਜ਼ ਕਰ ਲਏ ਔਰ ਉਹ ਜਿਹੜੇ ਗਦਰ ਪਾਰਟੀ ਦੇ ਪੈਸੇ ਸੀ ਉਹ ਖਾ ਗਿਆ ਸੀ। ਉਹਦੇ ਮਗਰ ਉਹ ਪੈ ਗਏ ਸੀ ਗਦਰ ਵਾਲੇ ਵੀ ਉਹ ਜਿਹੜੇ ਪੈਸੇ ਉੱਧਰੋਂ ਆਏ ਆ ਸਾਨੂੰ ਦੇ, ਉਹ ਦਿੰਦਾ ਨਹੀਂ ਸੀ। ਉਹ ਆਪ ਵਕੀਲ ਸੀ ਵੈਸੇ ਬਾਈ ਪ੍ਰੋਫੈਸ਼ਨ, ਲਾ ਪੜਿਆ ਹੋਇਆ ਸੀ, ਇਸ ਕਰਕੇ ਉਹ ਟੈਨਸ਼ਨ ਜਿਹੜੀ ਸੀ ਉਹ ਦਿਮਾਗ ਔਰ ਦਿਲ ਤੇ ਟੈਨਸ਼ਨ ਪਈ, ਉਹਦੇ ਨਾਲ ਉਹ ਮਰ ਗਿਆ। ਲਾਲਾ ਲਾਜਪਤ ਰਾਏ ਉਹਦੇ ਨਾਲ ਮਰਿਆ, ਉਹ ਡਾਂਗ ਤਾਂ ਵੱਜੀ ਹੀ ਨਹੀਂ ਕੋਈ। ਨਾਲ ਪੰਡਿਤ ਮਦਨ ਮੋਹਨ ਮਾਲਵੀਆ ਸੀ, ਉਹਨੇ ਕਦੀ ਵੀ ਇੱਕ ਵੀ ਕਿਤੇ ਵੀ ਕੋਈ ਬਿਆਨ ਨਹੀਂ ਦਿੱਤਾ ਬਈ ਇਸ ਮੇਰੇ ਨਾਲ ਖੜਾ ਸੀ, ਇਹਨੂੰ ਪੁਲਿਸ ਨੇ ਡਾਂਗ ਮਾਰੀ ਜੀ। ਇੱਥੇ ਪੰਡਿਤ ਮਦਨ ਮੋਹਨ ਮਾਲਵੀਆ ਅਗਰ ਜੇ ਕਹਿ ਦਿੰਦਾ ਵੀ ਇਹਨੂੰ ਡਾਂਗਾਂ ਪਈਆਂ ਤੇ ਗੱਲ ਕਨਫਰਮ ਹੁੰਦੀ ਸੀ, ਮਗਰ ਉਹਦੇ ਨਾਲ ਬਿਲਕੁਲ ਨਾਲ ਖੜਾ ਹੈ ਔਰ ਉਹਦੇ ਨਾਲ ਉਹਨੇ ਕਦੀ ਵੀ ਨਹੀਂ ਕਿਹਾ ਵੀ ਇਹਨੂੰ ਕੁਝ ਹੋਇਆ, ਕੋਈ ਡਾਂਗ ਪਈ ਹੈ, ਪੁਲਿਸ ਨੇ ਮਾਰੀ ਹੈ, ਸਭ ਝੂਠ ਸੀ ਉਹ। ਇੱਕ ਹੋਰ ਇੱਕ ਇਨਸੀਡੈਂਟ ਆ ਜਿਹਦੇ ਵਿੱਚ ਸਰਦਾਰ ਕਪੂਰ ਸਿੰਘ ਹੋਰੀ ਆਈ ਵਿਟਨੈਸ ਸਨ। ਉਹ ਸੀਗਾ ਕਿ ਜਦੋਂ ਗੋਲੀ ਮਾਰੀ ਹੈ ਭਗਤ ਸਿੰਘ ਨੇ, ਇੱਕ ਬੜਾ ਕਨਫਲਿਕਟ ਹੈ ਕਿ ਭਗਤ ਸਿੰਘ ਇੱਕ ਹੋਰ ਖੈਮੇ ਵਿੱਚ ਰੱਖਿਆ ਜਾਂਦਾ ਤੇ ਸਰਦਾਰ ਕਪੂਰ ਸਿੰਘ ਹੁਣਾਂ ਨੂੰ ਕਿਸੇ ਹੋਰ ਪਾਸੇ ਰੱਖਿਆ ਜਾਂਦਾ। ਇਹਨਾਂ ਦੇ ਵਿੱਚ ਆਪਸੀ ਜਿਹੜਾ ਵਿਚਾਰਕ ਮਤਭੇਦ ਸੀ ਉਹਦੇ ਬਾਰੇ ਸਾਨੂੰ ਦੱਸਿਓ, ਤੇ ਜਿਹੜਾ ਉਹਨਾਂ ਦਾ ਆਈ ਵਿਟਨੈਸ ਕੀਤਾ ਭਗਤ ਸਿੰਘ ਹੋਣਾ ਵਾਲਾ ਇਨਸੀਡੈਂਟ, ਉਹਦੇ ਬਾਰੇ ਦੱਸੋ। ਭਗਤ ਸਿੰਘ ਇੱਕ ਯੰਗ, ਬਿਲਕੁਲ ਯੰਗ ਰਾ ਦਿਮਾਗ ਵਾਲੇ ਇਸ ਉਮਰ ਦੇ ਹੁੰਦੇ ਨੇ। ਉਹਨਾਂ ਦਾ ਪੈਦਾਇਸ਼ ਸਿੱਖ ਫੈਮਿਲੀ, ਜ਼ਿਮੀਂਦਾਰ ਸਿੱਖ ਫੈਮਿਲੀ, ਪੜ੍ਹਾਈ DAV ਆਰਿਆ ਸਕੂਲ, ਫਿਰ ਫਰਦਰ ਪੜ੍ਹਾਈ ਜਿਹੜੀ ਹੈ ਉਹ ਆਜ਼ਾਦੀ ਦੀ ਲਹਿਰ ਦਾ ਹੋ ਗਿਆ ਅਸਰ। ਫਿਰ ਉਦੋਂ ਕੀ ਕਮਿਊਨਿਸਟ ਲਹਿਰ ਚੱਲ ਪਈ ਔਰ ਕਮਿਊਨਿਸਟ ਰੈਵੋਲੂਸ਼ਨ ਆ ਗਿਆ USSR ਦੇ ਵਿੱਚ। ਇਹ ਸਾਰੀਆਂ ਆਈਡੀਓਲੋਜੀ ਜਿਹੜੀਆਂ ਉਹਨਾਂ ਦੇ ਐਜ਼ ਏ ਯੰਗ, ਉਹ ਪੜ੍ਹਨ ਦੇ ਸ਼ੌਕੀਨ ਸੀ, ਉਹ ਸਾਰੀਆਂ ਆਈਡੀਓਲੋਜੀ ਜਿਹੜੀਆਂ ਉਹਨਾਂ ਦੇ ਦਿਮਾਗ 'ਚ ਇਕੱਠੀਆਂ ਸੀ। ਉਹ ਭਾਈ ਰਣਧੀਰ ਸਿੰਘ ਨੂੰ ਵੀ ਇੱਜ਼ਤ ਦਿੰਦੇ ਸੀ, ਉਹਨਾਂ ਨੂੰ ਮਿਲਣਾ ਚਾਹੁੰਦੇ ਸੀ। ਭਾਈ ਰਣਧੀਰ ਸਿੰਘ ਉਹ ਸੇਮ ਜੇਲ੍ਹ ਸੀ, ਲਾਹੌਰ 'ਚ ਹੀ ਸੀ, ਭਾਈ ਰਣਧੀਰ ਸਿੰਘ ਵੀ, ਭਗਤ ਸਿੰਘ ਵੀ। ਸੋ ਉਹ ਸਾਰੇ ਜਿਹੜੇ ਐਵੀਡੈਂਸ ਨੇ ਉਹ ਕੋਈ ਹੁਣ ਸਰਦਾਰ ਕਪੂਰ ਸਿੰਘ ਜਦ ਮੈਨੂੰ ਦਿੱਲੀ 'ਚ 81 'ਚ ਮੈਨੂੰ ਸਪੈਸ਼ਲੀ ਲੈ ਕੇ ਗਏ ਲੋਕ ਸਭਾ ਜਿੱਥੇ, ਔਰ ਮੈਨੂੰ ਦੱਸਿਆ ਵੀ ਇੱਥੇ ਭਗਤ ਸਿੰਘ ਬੈਠਾ ਸੀ, ਇੱਥੇ ਉਹਨੇ ਬੰਬ ਸੁੱਟਿਆ ਸੀ। ਮੈਨੂੰ ਉਹਨਾਂ ਨੇ ਆਪ ਦੱਸਿਆ, ਨਾਲ ਲੈ ਕੇ ਗਏ। ਭਗਤ ਸਿੰਘ ਦੀ ਉਹ ਇੱਜ਼ਤ ਕਰਦੇ ਸੀ, ਕੋਈ ਉਹਦੀ ਕੋਈ ਬਦਖੋਈ ਇਸ ਐਂਗਲ ਤੋਂ ਨਹੀਂ ਕਰਦੇ ਸੀ ਜੀ। ਮਗਰ ਉਹ ਕੀ ਸੀ ਵੀ ਸਰਦਾਰ ਕਪੂਰ ਸਿੰਘ ਸਿੱਖ ਵਿਚਾਰਧਾਰਾ ਨਾਲ ਜੁੜੇ ਹੋਏ। ਭਗਤ ਸਿੰਘ ਨੇ ਕੇਸ ਕਟਾਏ ਔਰ ਜਿਹੜੀ ਹਿੰਦੂ ਮੀਡੀਆ ਹੈ, ਸਾਰੀ ਹਿੰਦੂ ਮੀਡੀਆ ਹੀ ਸੀ, ਇੱਕ ਤਾਂ ਕੋਈ ਹੈ ਹੀ ਨਹੀਂ ਸੀ ਮੀਡੀਆ ਜੀ। ਉਹ ਸਾਰੀ ਦੀ ਸਾਰੀ ਉਸਨੂੰ ਇੱਕ ਪਤਿਤ ਸਿੱਖ ਸ਼ੋਅ ਕਰਕੇ ਉਹ ਇੱਕ ਸਿੱਖਾਂ ਨੂੰ ਹਿੰਦੂ ਧਰਮ 'ਚ ਦੁਬਾਰਾ ਜਜ਼ਬ ਕਰਨ ਦੀ ਉਹ ਟੈਂਡੈਂਸੀ ਇਹਨਾਂ ਦੇ ਦਿਮਾਗ 'ਚ ਸੀ, ਸਾਰਿਆਂ ਦੇ ਦਿਮਾਗ 'ਚ ਜੀ। ਚਾਹੇ ਉਹ ਮਾਲਵੀਆ ਹੈ, ਚਾਹੇ ਨਹਿਰੂ ਹੈ, ਚਾਹੇ ਕੋਈ ਗਾਂਧੀ ਹੈ, ਕੋਈ ਹੋਰ ਹੈ, ਸਭ ਦੀ ਇਹਨਾਂ ਦੀ ਇਹੀ ਇੱਕੋ ਸੀ ਵੀ ਸਿੱਖ ਇੰਡੀਪੈਂਡੈਂਟ ਸੈਪਰੇਟ ਰਿਲੀਜਨ ਨਹੀਂ ਹੈ, ਹਿੰਦੂਆਂ ਦਾ ਹਿੱਸਾ। ਔਰ ਉਹ ਦੇਖਣਾ ਚਾਹੁੰਦੇ ਸੀ ਦੁਬਾਰਾ ਵੀ ਇਹ ਦੁਬਾਰਾ ਮਰਜ ਹੋ ਜਾਣ, ਸਾਡੇ ਨਾਲ ਰਹਿਣ ਔਰ ਮਰਜ ਹੋਣ ਜੀ। ਇੰਡੀਪੈਂਡੈਂਟ ਸਟੇਟਸ ਸਿੱਖ ਨੂੰ ਉਹ ਬਿਲਕੁਲ ਅੱਜ ਤੱਕ ਕਿਸੇ ਰਾਈਟਰ, ਹਿੰਦੂ ਰਾਈਟਰ, ਹਿਸਟੋਰੀਅਨ, ਹੋਰ ਕਿਸੇ ਨੇ ਨਹੀਂ ਦਿੱਤਾ ਅੱਜ ਤੱਕ ਜੀ। ਅੱਜ ਵੀ ਸਿੱਖ
ਕਹਿ ਰਹੇ ਵੀ ਅਸੀਂ ਸੈਪਰੇਟ ਹਾਂ, ਉਹ ਕਹਿੰਦੇ ਨਹੀਂ ਤੁਸੀਂ ਹਿੰਦੂ। ਬਸ ਇਹ ਝਗੜਾ ਚੱਲ ਰਿਹਾ। ਉਹ ਜਜ਼ਬ ਕਰਨਾ ਚਾਹੁੰਦੇ ਔਰ ਆਲਮੋਸਟ ਹੁਣ ਉਹ ਸਕਸੀਡ ਕਰ ਗਏ ਆ। ਅੱਛਾ, ਜੇ ਆਪਾਂ ਹੁਣ ਜਿਹੜਾ ਉਹਨਾਂ ਨੇ ਆਈ ਵਿਟਨੈਸ ਕੀਤਾ ਕੇਸ ਕਿ ਫਿਰ ਉਹਨਾਂ ਦਾ ਰੌਲਾ ਕਿਉਂ ਸੀ? ਕਿਉਂਕਿ ਮੈਨੂੰ ਤਾਂ ਦੇਖਣ ਨੂੰ ਲੱਗਦਾ ਹੈ ਕਿ ਆਪਾਂ ਜੇ ਬਾਹਰੋਂ ਦੇਖੀਏ ਕਿ ਭਗਤ ਸਿੰਘ ਹੁਣਾਂ ਦੀ ਵਿਚਾਰਧਾਰਾ ਤੇ ਸਰਦਾਰ ਕਪੂਰ ਸਿੰਘ ਕਟਾਕਸ਼ ਕਰਦੇ ਨੇਗੇ। ਉਹ ਕੀ ਕਟਾਕਸ਼ ਕਰਦੇ ਨੇ ਫਿਰ? ਉਹ ਕਟਾਸ਼ ਕਰਦੇ ਨੇ ਵੀ ਤੂੰ ਕੇਸ ਬਣਾ ਲਏ ਸੀ, ਉਹ ਪਤਤ ਹੋ ਗਿਆ ਸੀ। ਉਹ ਸਰਦਾਰ ਕਪੂਰ ਸਿੰਘ, ਉਹ ਤੁਹਾਨੂੰ ਸ਼ਾਇਦ ਪਤਾ ਨਹੀਂ, ਉਹਨਾਂ ਨਾਲ ਆਪਣਾ ਬੇਟਾ ਵੀ ਅਮਰੀਕਨ ਲੇਡੀ ਨਾਲ ਵਿਆਹ ਕਰ ਕੇ ਨਾ ਪਤਤ ਹੋ ਗਿਆ ਸੀ ਅਮਰੀਕਾ 'ਚ ਅੱਜ ਕੱਲ੍ਹ ਜੀ। ਉਸਨੂੰ ਉਹ ਫਿਰ ਬੜਾ ਗੁੱਸੇ ਹੋਏ ਔਰ ਉਹਨੂੰ ਕੇਸ ਰਖਵਾਏ ਔਰ ਅਮਰੀਕਨ ਲੇਡੀ ਜਿਹਦੇ ਨਾਲ ਵਿਆਹ ਕਰਾਇਆ ਸੀ ਉਹਨੂੰ ਸਮਝਾਇਆ ਵੀ ਅਸੀਂ ਏਦਾਂ ਕੇਸ ਕਤਲ ਨਹੀਂ ਕਰ ਸਕਦੇ। ਸਾਡਾ ਰਿਲੀਜਨ ਉਹ ਕਹਿੰਦਾ ਵੀ ਤੁਸੀਂ ਆਪਣੀ ਜਾਨ ਦੇ ਦਿਓ ਮਗਰ ਕੇਸ ਕਤਲ ਨਹੀਂ ਕਰਨੇ। ਕੇਸ ਜੋ ਇਤਿਹਾਸ ਸੀ ਸਿੱਖਾਂ ਦਾ, ਕੇਸ ਕਤਲ ਕਰਨ ਦੀ ਬਜਾਏ ਉਹਨਾਂ ਨੇ ਮਰਨਾ ਪਸੰਦ ਕੀਤਾ ਔਰ ਮਰੇ। ਜੀ ਜੀ, ਕੇਸ ਕਤਲ ਨਹੀਂ ਕਰਵਾਏ ਜੀ। ਬਸ ਸਿਰਫ ਇਹੀ ਸੀਗਾ ਕਿ ਜਿਹੜਾ ਹਾਂਜੀ ਇਦਾਂ ਦਾ ਸਰਦਾਰ ਕਪੂਰ ਸਿੰਘ ਦਾ ਐਟੀਟਿਊਡ ਸੀ ਵੀ ਕੇਸ ਕਤਲ ਜਿਹੜੇ ਕਰਵਾਏ ਆ ਉਹ ਅੱਛਾ ਨਹੀਂ ਕੀਤੇ ਜੀ। ਅੱਛਾ, ਹੋਰ ਕੋਈ ਸਿਧਾਂਤਕ ਮਤਭੇਦ ਨਹੀਂ ਸੀ? ਸਿਧਾਂਤਕ ਕੋਈ ਬਹੁਤੇ ਹੈ ਨਹੀਂ ਸੀ। ਉਹ ਜਾਣਦੇ ਸੀ ਵੀ ਭਗਤ ਸਿੰਘ ਜਿਹੜਾ ਇਹਨਾਂ ਸਿਚੁਏਸ਼ਨ 'ਚ ਪਲਿਆ ਕਿ ਉਹ ਸਾਰੀਆਂ ਆਈਡੀਓਲੋਜੀ ਉਹਦੇ ਦਿਮਾਗ 'ਚ ਕਨਫਲਿਕਟਿੰਗ ਵਿਊਜ਼ ਪੈਦਾ ਕਰ ਰਹੀਆਂ। ਮਗਰ ਈਵਨ ਜਦ ਉਹ ਭਗਤ ਸਿੰਘ ਥੋੜਾ ਰੈਵੋਲੂਸ਼ਨ ਤੋਂ ਬਾਅਦ ਕਮਿਊਨਿਜ਼ਮ ਦੇ ਪ੍ਰੋ ਹੋ ਗਿਆ ਤੇ ਈਵਨ ਲਾਲਾ ਲਾਜਪਤ ਰਾਏ ਨੇ ਉਹਨੂੰ ਕਿਹਾ ਰਸ਼ੀਅਨ ਏਜੰਟ। ਲਾਲਾ ਲਾਜਪਤ ਰਾਏ ਨੇ ਖੁਦ ਭਗਤ ਸਿੰਘ ਨੂੰ ਕਿਹਾ ਉਹ ਤਾਂ ਰਸ਼ੀਅਨ ਏਜੰਟ ਹੋ ਗਿਆ। ਇਹ ਜ਼ਿਆਦਾ ਖਤਰਨਾਕ ਉਹਦੇ ਤੇ ਕਮੈਂਟ ਹੈ ਜੀ। ਜੋ ਸਰਦਾਰ ਕਪੂਰ ਸਿੰਘ ਨੇ ਕਿਹਾ ਹੈ ਉਸ ਤੋਂ ਜ਼ਿਆਦਾ ਖਤਰਨਾਕ ਲਾਲਾ ਲਾਜਪਤ ਰਾਏ ਨੇ ਕਮੈਂਟ ਕੀਤੇ ਆ ਵੀ ਇਹ ਤਾਂ ਰਸ਼ੀਅਨ ਏਜੰਟ ਹੈ। ਜੀ ਜੀ, ਮਤਲਬ ਕਿ ਹਿੰਦੂਆਂ ਦਾ ਹਿੰਦੂ ਏਜੰਟ ਜਾਂ ਹਿੰਦੂ ਨਹੀਂ ਰਹਿ ਗਿਆ ਉਹ। ਤੇ ਭਗਤ ਸਿੰਘ ਤੇ ਸਾਂਡਰਸ ਵਾਲੀ ਘਟਨਾ ਦਾ ਉਹਨਾਂ ਨੇ ਜ਼ਿਕਰ ਕੀਤਾ, ਉਹ ਤੁਸੀਂ ਕਿਵੇਂ ਉਹਨੂੰ ਬਿਆਨ ਕਰੋਗੇ? ਉਹ ਦੇਖੋ ਜੀ, ਉਹ ਤੇ ਆਪ ਭਗਤ ਸਿੰਘ ਨੇ ਮੰਨਿਆ ਪ੍ਰਾਈਵੇਟਲੀ ਵੀ ਸਾਂਡਰਸ ਨੂੰ ਗੋਲੀ ਜਿਹੜੀ ਹੈ ਉਹ ਉਸਨੇ ਕਬੂਲੀ ਹੈ ਮਗਰ ਉਹਨੇ ਚੰਨਨ ਸਿੰਘ ਨੂੰ ਮਾਰਿਆ ਸੀ। ਭਾਈ ਰਣਧੀਰ ਸਿੰਘ ਨੇ ਵੀ ਮੰਨਿਆ ਔਰ ਉਹਦੇ ਕੋਲ ਵੀ ਔਰ ਹੋਰ ਜਗ੍ਹਾ ਵੀ ਮੇਰੇ ਖਿਆਲ ਭਾਈ ਰਣਧੀਰ ਸਿੰਘ ਦੇ ਜ਼ਿਆਦਾ ਮੇਨ ਰਿਲਾਇਬਲ ਕਿ ਸਾਂਡਰਸ ਨੂੰ ਗੋਲੀ ਭਗਤ ਸਿੰਘ ਨੇ ਮਾਰੀ ਤੇ ਜਿਹੜਾ ਨਾ ਚੰਨਨ ਸਿੰਘ ਨੂੰ ਭਗਤ ਸਿੰਘ ਨੇ ਮਾਰੀ ਸੀ ਤੇ ਜਿਹੜਾ ਦੂਜਾ ਸੀ ਸਾਂਡਰਸ ਉਹਨੂੰ ਦੂਜੇ ਨੇ ਮਾਰੀ ਸੀ ਗੋਲੀ ਮਗਰ ਉਹਨੇ ਉਹ ਵੀ ਮੈਂ ਮਾਰੀ। ਓਕੇ। ਤੇ ਉਹ ਗੋਲੀ ਕਾਂਡ ਤੋਂ ਬਾਅਦ ਭਗਤ ਸਿੰਘ ਨੂੰ ਕਈ ਜਗ੍ਹਾ ਤੇ ਚਲੋ ਗੁਜ਼ਰਨਾ ਪਿਆ, ਪਰ ਆਪਾਂ ਜਦੋਂ ਸਰਦਾਰ ਕਪੂਰ ਸਿੰਘ ਦੇ ਵੱਲ ਆਪਾਂ ਮੇਨ ਫੋਕਸ ਲੈਣਾ, ਫਿਰ ਹੁਣ ਉਸ ਜਿਹੜੇ ਉਦੋਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹਾਲਾਤ ਐਸੇ ਬਣ ਚੁੱਕੇ ਸੀ ਕਿ ਸਿੱਖਾਂ ਦਾ ਜਿਹੜਾ ਅਸੀਂ ਤਾਂ ਹੁਣ ਅਕਾਲੀ ਦਲ ਨੂੰ ਸਿੱਖਾਂ ਦੇ ਉਸ ਵੇਲੇ ਦਾ ਅਕਾਲੀ ਦਲ ਸਿੱਖਾਂ ਨੂੰ ਹੀ ਨੁਮਾਇੰਦਗੀ ਸੀ ਕਰਦਾ ਤੇ ਉਹਦਾ ਹੀ ਜਿਹੜੀ ਅਕਾਲੀ ਦਲ ਦੀ ਜਿਹੜੀ ਮੇਨ ਵਾਗਡੋਰ ਸੀ ਉਹ ਸੀ ਮਾਸਟਰ ਤਾਰਾ ਸਿੰਘ ਹੁਣਾਂ ਦੇ ਕੋਲ। ਤੇ ਮਾਸਟਰ ਤਾਰਾ ਸਿੰਘ ਤੇ ਸਰਦਾਰ ਕਪੂਰ ਸਿੰਘ ਹੁਣਾਂ ਵਿੱਚ ਜਿਹੜਾ ਡਿਸਪਿਊਟ ਆ ਉਹ ਬਹੁਤ ਵੱਡਾ ਆ, ਮਤਲਬ ਕਿ ਉਹਨਾਂ ਦਾ ਪੁਆਇੰਟ ਆਫ ਵਿਊ ਯਾਨੀ ਕਿ ਸਿਧਾਂਤਕ ਤੌਰ ਤੇ ਬਹੁਤ ਵੱਖਰੇ ਨੇਗੇ। ਉਹਨਾਂ ਬਾਰੇ ਸਰਦਾਰ ਕਪੂਰ ਸਿੰਘ ਹੁਣਾਂ ਦੇ ਕੀ, ਤੁਸੀਂ ਤਾਂ ਉਹਨਾਂ ਨਾਲ 16 ਸਾਲ ਤੱਕ ਉਹਨਾਂ ਨਾਲ ਤੁਸੀਂ ਉਹਨਾਂ ਦਾ ਰਾਬਤੇ ਵਿੱਚ ਰਹੇ ਹੋ ਤੇ ਹੋਰ ਤੁਸੀਂ ਉਹਨਾਂ ਦੇ ਬਾਰੇ ਕਾਫੀ ਕੁਛ ਲਿਖਿਆ ਵੀ ਹੈ, ਰਿਸਰਚ ਵੀ ਕੀਤਾ ਹੈ, ਤੇ ਉਹ ਸਰਦਾਰ ਕਪੂਰ ਸਿੰਘ ਹੁਣੀ ਤੁਹਾਨੂੰ ਆਪ ਜਿਹੜਾ ਉਹਨਾਂ ਨੇ ਦੱਸਿਆ ਸੀ ਕਿ ਉਹ ਮਾਸਟਰ ਤਾਰਾ ਸਿੰਘ ਦੇ ਜਿਹੜੇ ਵੱਖ-ਵੱਖ ਹੋਏ ਨੇ ਹਿਸਟਰੀ ਦੇ ਵਿੱਚ ਯਾਨੀ ਕਿ ਐਂਗਲ ਹੋਏ ਨੇ, ਜਿਵੇਂ ਇੱਕ ਘਟਨਾ ਬਹੁਤ ਇੰਪੋਰਟੈਂਟ ਹੈ ਕਿ ਲਾਹੌਰ ਦੇ ਵਿੱਚ ਪੰਜਾਬ ਅਸੈਂਬਲੀ ਦੇ ਸਾਹਮਣੇ ਜਿਹੜਾ ਝੰਡਾ ਸਾੜਿਆ ਗਿਆ ਤੇ ਕਿਰਪਾਨ ਲਹਿਰਾਈ ਗਈ। ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਇਹ ਹੁਣ ਮੁੱਕਰਦੇ ਨੇ ਵੀ ਉਹਨੇ ਝੰਡਾ ਨਹੀਂ ਪਾੜਿਆ। ਹੁਣ ਮੁੱਕਰਦੇ ਕਿਉਂਕਿ ਉਸ ਤੋਂ ਬਾਅਦ
ਪਾਕਿਸਤਾਨ ਮੁਰਦਾਬਾਦ ਔਰ ਝੰਡਾ ਪਾੜਨ ਤੋਂ ਬਾਅਦ ਕਿਰਪਾਨ ਨਾਲ, ਔਰ ਕਿਰਪਾਨ ਨੰਗੀ ਐ ਮੁਸਲਮਾਨਾਂ ਵੱਲ, ਜਿੱਥੇ ਮੁਸਲਿਮ ਗੈਦਰਿੰਗ ਵੀ ਸੀ ਨਾ, ਉਹਦੇ ਵੱਲ ਐ ਲਹਿਰਾਈ ਨੰਗੀ ਕਿਰਪਾਨ। ਫਿਰ ਉਹਨਾਂ ਨੂੰ ਪਤਾ ਸੀ ਵੀ ਇਹ ਰਾਵਲਪਿੰਡੀ ਦਾ ਹੈ, ਤੇ ਰਾਵਲਪਿੰਡੀ ਦੇ ਪਿੰਡਾਂ 'ਚ ਫਿਰ ਸਿੱਖਾਂ ਦਾ ਕਤਲੇਆਮ ਹੋਇਆ। ਕੋਈ ਹਿੰਦੂ ਨਹੀਂ ਮਾਰਿਆ, ਸਿੱਖਾਂ ਦਾ ਹੀ ਕਤਲੇਆਮ ਹੋਇਆ। ਔਰ ਜਿਹੜੀਆਂ ਕੁਝ ਔਰਤਾਂ ਨੇ ਵਿਚਾਰੀਆਂ ਨੇ ਡਰਦੇ ਮਾਰੇ ਵੀ ਇਹ ਮੁਸਲਮਾਨ ਆ ਗਏ, ਉਹਨਾਂ ਨੇ ਖੂਹ ਛਾਲ ਮਾਰ ਕੇ ਆਪਣੀ ਜਾਨ ਗਵਾਈ। ਔਰ ਉਸ ਤੋਂ ਇਮੀਡੀਏਟਲੀ ਬਾਅਦ 15-20 ਹਜ਼ਾਰ ਉਸ ਇਲਾਕੇ ਦੇ ਸਿੱਖ ਜਿਹੜੇ ਨੇ ਪਟਿਆਲੇ ਜਾ ਵਸੇ ਸੀ। ਔਰ ਪਟਿਆਲੇ ਦਾ ਪ੍ਰਾਈਮ ਮਿਨਿਸਟਰ ਜਿਹੜਾ ਸੀ, ਉਹ ਜਿਹੜਾ ਸੀ ICS ਅਫਸਰ ਮਲਿਕ ਹਰਦਿਤ ਸਿੰਘ ਮਲਿਕ, ਉਹ ਉਹਦਾ ਪ੍ਰਾਈਮ ਮਿਨਿਸਟਰ ਸੀ ਪਟਿਆਲੇ ਸਟੇਟ ਦਾ, ਉਹ ਵੀ ਰਾਵਲਪਿੰਡੀ ਤੋਂ ਸੀ। ਔਰ ਜਿਹੜਾ ਮਹਾਰਾਜਾ ਪਟਿਆਲਾ ਸੀ 1934 ਦੇ ਵਿੱਚ ਪੰਜਾ ਸਾਹਿਬ ਆਇਆ ਸੀ, ਔਰ ਪੰਜਾ ਸਾਹਿਬ ਨੇ ਗੁਰਦੁਆਰੇ ਦੀ ਸੇਵਾ ਵੀ ਕੀਤੀ ਸੀ। ਔਰ ਉਹਦਾ ਉੱਥੇ ਲੱਗਾ ਹੋਇਆ ਸੰਗਮਰਮਰ ਦੀ ਪੱਥਰ ਲੱਗਾ ਹੋਇਆ ਉਹਦਾ। 1934 ਚ ਗਿਆ ਸੀ, ਟਿੱਕਾ ਸੀ ਉਦੋਂ, ਉਹਦਾ ਬਾਪ ਜਿਉਂਦਾ ਸੀ। ਟਿੱਕਾ ਯਾਦਵਿੰਦਰ ਸਿੰਘ ਗਿਆ ਉੱਥੇ, ਉਹਨੇ ਗੁਰਦੁਆਰੇ ਪੰਜਾ ਸਾਹਿਬ ਦੀ ਸੇਵਾ ਕੀਤੀ, ਔਰ ਉੱਥੇ ਦੇ ਲੋਕਾਂ ਨਾਲ ਸੰਪਰਕ ਇਹਨੇ ਬਣਾਏ ਪ੍ਰੇਮ ਪਿਆਰ ਦੇ। ਔਰ ਉਹ ਜਦ ਏਦਾਂ ਮੁਸ਼ਕਲ ਹੋਈ ਉੱਥੇ ਦੇ ਰਾਵਲਪਿੰਡੀ ਦੇ ਸਿੱਖਾਂ ਨੂੰ ਮਾਰਿਆ, ਉਹ ਫਿਰ ਉਹਨੇ ਹਰਦਿਤ ਸਿੰਘ ਮਲਿਕ ਨੇ ਔਰ ਮਾਸਤਾਰਾ ਸਿੰਘ ਨੇ ਔਰ ਪਟਿਆਲੇ ਦੇ ਰਾਜੇ ਨੇ, ਇਹਨਾਂ ਨੇ ਸਲਾਹ ਕਰਕੇ ਵੀ ਉਹ ਸਿੱਖ ਜਿਹੜੇ ਨੇ ਉਹਦੇ ਕੋਲ ਚਲੇ ਜਾਣ। ਉਹ ਉੱਥੇ 15-20 ਹਜ਼ਾਰ ਫੈਮਿਲੀ ਜਿਹੜੀਆਂ ਨੇ ਸਿੱਖ ਉਹਦੇ ਕੋਲ ਚਲੇ ਗਏ, ਔਰ ਉਹਨੇ ਉਹਨਾਂ ਨੂੰ ਪਨਾਹ ਦਿੱਤੀ। ਅੱਛਾ, ਇਹ ਮੈਂ ਤੁਹਾਨੂੰ ਦੱਸਦਾ ਹੁਣ ਕਿੱਦਾਂ ਮੁੱਕਰਦੇ ਨੇ। ਇਹ ਹੈ ਮਾਸਤਾਰਾ ਸਿੰਘ ਮੈਮੋਰੀਅਲ ਲਾਇਬ੍ਰੇਰੀ, ਇਹ ਪਟਨੇ, ਮੈਂ ਪਟਨੇ ਪੋਸਟਡ ਸੀ ਬੈਂਕ ਵਿੱਚ। ਇਹਦਾ ਐਡੀਟਰ ਔਰ ਚਲਾਉਣ ਵਾਲਾ ਸੀ ਗੁਰਚਰਨਜੀਤ ਸਿੰਘ ਲਾਂਬਾ ਵਕੀਲ ਜੀ, ਅਮਰੀਕਾ ਵਾਲਾ। ਉਹਨੇ ਦਿੱਤੀ ਸੀ ਉਦੋਂ। ਇਹ ਉਹਦਾ ਐਡੀਟੋਰੀਅਲ ਹੈ, ਇਹ ਉਹਦਾ ਐਡੀਟੋਰੀਅਲ ਹੈ। ਉਹਦੇ ਵਿੱਚ ਉਹ ਬੜੀ ਫਖਰ ਨਾਲ ਕਹਿੰਦਾ ਬਾਈ, ਇਹ ਕੋਟ ਕਰਦਾ ਸੀ ਰਾਜਗੋਪਾਲਾਚਾਰੇ ਨੂੰ ਜੀ, ਬਾਈ, uprooting the Pakistani flag in Lahore, Master Tara Singh procured for India half of Punjab and Bengal। ਦੇਖੋ, ਜਿੱਥੇ ਤੇ ਮਾਸਟਰ ਤਾਰਾ ਸਿੰਘ ਦੀ ਉਹ ਪ੍ਰੇਸ 'ਚ ਯੂਜ਼ ਕਰਨਾ, ਇਹ ਕੋਟ ਕਰ ਲਿਆ। ਜਿੱਥੇ ਦੇਖਦੇ ਆ ਵੀ ਉਹਦੇ ਤਾਂ ਉਹਦੇ ਬਰਖਲਾਫ ਜਾਂਦੀ ਹੈ ਗੱਲ, ਉੱਥੇ ਮੁੱਕਰ ਜਾਂਦੇ ਆ ਵੀ ਨਹੀਂ ਜੀ, ਉਹਨੇ ਝੰਡਾ ਨਹੀਂ ਪਾੜਿਆ। uprooting the flag of Pakistan, ਇਹ ਦੇਖੋ, ਇਹ ਅੱਛਾ, ਇਹ ਤਾਂ ਇਹ ਆਪ ਨੇ ਗੁਰਚਰਨਜੀਤ ਸਿੰਘ ਲਾਂਬਾ ਔਰ ਉਹਦੇ ਜਿਹੜੇ ਖਾਸ ਸਪੋਰਟਰ ਨੇ। ਇਹ ਐਵੀਡੈਂਸ ਹੈ ਉਹਦਾ ਆਪਣਾ, ਉਹਦੀ ਜੁੱਤੀ ਉਹਦੇ ਮੂੰਹ ਤੇ, ਇਹ ਉਹ ਹੈ। ਹੁਣ ਮੈਂ ਤੁਹਾਨੂੰ ਦਿਖਾਣਾ ਇਹ ਕਿਤਾਬ, ਸਿੱਖ ਅਨਰੈਸਟ ਐਂਡ ਦਾ ਇੰਡੀਅਨ ਸਟੇਟ ਜੀ, ਪੇਜ 222। ਇੱਥੇ ਹੈ the abandonment of the alliance by the Unionist Party suggested that all the Muslims of Punjab were now on the side of Pakistan। Bhim Sen Sachar, ਜਿਹੜਾ ਬਾਅਦ ਚੀਫ ਮਿਨਿਸਟਰ ਬਣਿਆ ਪੰਜਾਬ ਦਾ ਜੀ, Bhim Sen Sachar, the finance minister of the outgoing government, and Tara Singh led a procession of Hindu and Sikhs to the building of Punjab Assembly, shouting death to Pakistan। Tara Singh drew his sword from the scabbard and cut the Muslim League flag in 2 bits। The gesture signaled an outbreak of communal violence unprecedented in the history of the province। इस किताब ये हिंदू साउथ इंडियन है राइटर, उन्हें एक किताब लिखी जी। हूँ मैं तुहानू माउंट बैटन मैं तुहानू फ्रीडम एट मिडनाइट वो मैं तुहानू पढ़ के दसा। ये फ्रीडम एट मिडनाइट है जी, पेज 231। The dominant voice at the council was that of the hot-eyed fanatic who had started the march
conflagration by hacking down a Muslim League banner. By hacking down a Muslim League banner with his kirpan. Tara Singh called master by his followers because he was a third grade school teacher. Okay. ਇਹ ਫਰੀडम ਐਟ ਮਿਡਨਾਈਟ ਚ ਵੀ ਐਡਮਿਟ ਕਰਦਾ ਵੀ ਉਹਨੇ ਝੰਡਾ ਪਾੜਿਆ ਕਿਰਪਾਨ ਦੇ ਨਾਲ ਜੀ ਹੋਰ ਬੜੇ ਐਵੀਡੈਂਸਸ ਨੇ ਜੀ ਜੀ ਠੀਕ ਹੈ ਇਹ ਹੋ ਸਕਦਾ ਪਰ ਤੁਹਾਨੂੰ ਇਹਦਾ ਲੱਗਦਾ ਕਿ ਜਿਹੜੇ ਮੁਸਲਿਮ ਲੀਗ ਦੇ ਬੰਦੇ ਜਿਹੜੇ ਉਸ ਵੇਲੇ ਉੱਥੇ ਸੀਗੇ ਅਸੈਂਬਲੀ ਦੇ ਮੈਂਬਰ ਸੀਗੇ ਉਹਨਾਂ ਨੇ ਇਹਦਾ ਕੋਈ ਰਿਐਕਸ਼ਨ ਕੀਤਾ ਉਸ ਵੇਲੇ ਉਸ ਜਗ੍ਹਾ ਦੇ ਵਿੱਚ ਪੁਲਿਸ ਸੀ ਉਹਦੇ ਵਿੱਚ ਦੋਨੋਂ ਇੱਕ ਸਾਈਡ ਤੇ ਮੁਸਲਮਾਨ ਸੀ ਮੁਸਲਿਮ ਲੀਗ ਦੇ ਸਪੋਰਟਰ ਉਹ ਆਏ ਸੀ ਇਕੱਠੇ ਹੋਏ ਸੀ ਵੀ ਅਸੀਂ ਆਪਣੀ ਮਿਨਿਸਟਰੀ ਬਣਾ ਲਾਂਗੇ ਯੂਨੀਅਨ ਮਿਨਿਸਟਰੀ ਨੇ ਰਿਜ਼ਾਈਨ ਕਰਤਾ ਇੱਧਰ ਇਹ ਪਹੁੰਚ ਗਏ ਵੀ ਉਹਨਾਂ ਦੀ ਮਿਨਿਸਟਰੀ ਨਾ ਬਣੇ ਫਿਰ ਗਵਰਨਰ ਨੇ ਦੇਖਦੇ ਹੋਏ ਵੀ ਇਹਦਾ ਕਤਲੇਆਮ ਸ਼ੁਰੂ ਹੋ ਜਾਏਗਾ ਉਹਨੇ ਫਿਰ ਮਿਨਿਸਟਰੀ ਮੁਸਲਿਮ ਲੀਗ ਦੀ ਨਹੀਂ ਬਣਨ ਦਿੱਤੀ ਨਹੀਂ ਬਣਾਈ ਇੱਕ ਗੱਲ ਹੋਰ ਵੀ ਕਹੀ ਜਾਂਦੀ ਹੈ ਕਿ ਉਸ ਵੇਲੇ ਮੈਂ ਡਾਕਟਰ ਇਸ਼ਤਿਆਕ ਅਹਿਮਦ ਸਾਹਿਬ ਨੇ ਕਿਉਂਕਿ ਉਹਨਾਂ ਨੇ ਵੀ ਹਿਸਟਰੀ ਤੇ ਬਹੁਤ ਕੰਮ ਕੀਤਾ ਸਪੈਸ਼ਲੀ ਪੰਜਾਬ ਦੀ ਜਿਹੜੀ ਵੰਡ ਆ ਉਹਦੇ ਤੇ ਉਹਨਾਂ ਨੇ ਬੁੱਕ ਲਿਖੀ ਹੋਈ ਹੈ ਤੇ ਉਹਨਾਂ ਨੂੰ ਮੈਂ ਰੈਗੂਲਰਲੀ ਫੋਲੋ ਕਰਦਾ ਹਾਂਜੀ ਮੈਂ ਉਹਨਾਂ ਨਾਲ ਪ੍ਰੋਪਰ ਉਹਨਾਂ ਨਾਲ ਇੰਟਰਵਿਊ ਕੀਤੀ ਹੋਈ ਆ ਮੈਂ ਕੋਈ ਲਗਭਗ 6 ਘੰਟੇ ਦੀ ਆ ਉਹ ਯਾਨੀ ਕਿ 2 ਭਾਗਾਂ ਦੇ ਵਿੱਚ ਤੇ ਉਹਨਾਂ ਨੇ ਇਹ ਦੱਸਿਆ ਕਿ ਜਿਹੜਾ ਇਹ ਝੰਡੇ ਵਾਲਾ ਇਵੈਂਟ ਹੋਇਆ ਜੋ ਵੀ ਹੋਇਆ ਇਹ ਕਹਿੰਦੇ ਇਸ ਕਰਕੇ ਹੋਇਆ ਕਿ ਜਿਹੜੇ ਅਲੀਗੜ੍ਹ ਦੇ ਸਟੂਡੈਂਟ ਸਨ ਉਹ ਰਾਵਲਪਿੰਡੀ ਲਾਹੌਰ ਦੇ ਵਿੱਚ ਆ ਕੇ ਕ੍ਰਿਮੀਨਲ ਨਾਰੇ ਮਾਰ ਰਹੇ ਸਨ ਜਿਹੜੇ ਵਿੱਚ ਸਵਾਏ ਉਹਦੇ ਉਹ ਕਿਤੇ ਵੀ ਨਹੀਂ ਹੈ ਜੀ ਸਵਾਏ ਉਹਦੇ ਕਹਿਣ ਦੇ ਹੋਰ ਕਿਤੇ ਨਹੀਂ ਹੈ ਵੀ ਅਲੀਗੜ੍ਹ ਦੇ ਕਰ ਰਹੇ ਸੀ ਮਗਰ ਇਹ ਝੰਡਾ ਪਾੜਿਆ ਉਹਨੇ ਤਾਰਾ ਸਿੰਘ ਨੇ 3 ਨੂੰ ਔਰ 5-6 ਨੂੰ 2 ਦਿਨਾਂ ਬਾਅਦ ਹੀ ਰਾਵਲਪਿੰਡੀ ਚ ਕਤਲੇਆਮ ਸ਼ੁਰੂ ਹੋ ਗਿਆ ਜੀ ਅਲੀਗੜ੍ਹ ਵਾਲੇ ਤਾਂ ਉੱਥੇ ਆ ਕੇ ਉਹਨਾਂ ਦੀ ਬਿਲਕੁਲ ਪਿੰਡ 'ਚ ਜਾ ਕੇ ਉਹਨਾਂ ਦੀ ਕੀ ਹਿੰਮਤ ਸੀ ਉੱਥੇ ਜਾ ਕੇ ਗੱਲ ਕਰਦੇ ਉਹ ਏਦਾਂ ਦੀ ਗੱਲ ਕਰ ਉਹ ਹੋ ਸਕਦਾ ਕਿਤੇ ਸ਼ਹਿਰ 'ਚ ਆਏ ਹੋਣ ਯੂਨੀਵਰਸਿਟੀ ਦੇ ਮੁੰਡੇ ਸੀ ਹੋ ਸਕਦਾ ਕਿਤੇ ਸ਼ਹਿਰ 'ਚ ਆਏ ਹੋਣ ਮੈਨੂੰ ਉਹਦੀ ਰਿਸਰਚ ਪਤਾ ਨਹੀਂ ਹੈ ਮੈਨੂੰ ਕੋਈ ਜੋ ਕੀ ਸੋਰਸ ਹੈ ਉਹਦਾ ਮੇਰੇ ਕੋਲ ਉਹ ਹੈ ਨਹੀਂ ਮਗਰ ਇਸ ਮਾਮਲੇ ਤੇ ਇਸ਼ਤਿਆਕ ਅਹਿਮਦ ਔਰ ਡਾਕਟਰ ਰਾਜਮੋਹਨ ਗਾਂਧੀ ਜੀ ਡਾਕਟਰ ਰਾਜਮੋਹਨ ਗਾਂਧੀ ਨੇ ਵੀ ਕਿਤਾਬ ਲਿਖੀ ਹੈ ਪਾਰਟੀਸ਼ਨ ਤੇ ਬਿਲਕੁਲ ਜੀ ਬਹੁਤ ਮੈਂ ਲਿਖੀ ਹੈ ਇਹਨੇ ਵੀ ਇਹ ਦੋਨੋਂ ਜਿਹੜੇ ਨੇ ਇਹ ਦੋਨਾਂ ਦੇ ਕੋਲੈਬੋਰੇਸ਼ਨ ਦੇ ਨਾਲ ਇਹ ਕੰਮ ਹੋਇਆ ਇਹ ਦੋਨਾਂ ਦੀ ਜਿਹੜੀ ਮੇਨ ਦੇਖੋ ਬਾਕੀ ਤਾਂ ਉਹਦੇ ਚ ਮੈਂ ਉਹਦੀ ਇਸ਼ਤਿਆਕ ਅਹਿਮਦ ਨੂੰ ਮੈਂ ਚੈਲੰਜ ਨਹੀਂ ਕਰਦਾ ਮਗਰ ਜਿੱਥੇ ਕਤਲੇਆਮ ਦੀ ਗੱਲ ਹੈ ਜੀ ਕਤਲੇਆਮ ਸਿੱਖਾਂ ਦਾ ਕਤਲੇਆਮ ਔਰ ਇੱਧਰ ਮੁਸਲਮਾਨਾਂ ਦਾ ਕਤਲੇਆਮ ਇਹਦੀ ਗੱਲ ਹੈ ਇਹਦੇ ਚ ਉਹ ਗਲਤ ਹੈ ਉਹ ਜਾਣ ਬੁੱਝ ਕੇ ਬਲੇਮ ਜਿਹੜਾ ਹੈ ਜਿਨ੍ਹਾਂ ਨੂੰ ਦੇ ਰਿਹਾ ਮੁਸਲਿਮ ਲੀਗ ਨੂੰ ਦੇ ਰਿਹਾ ਜਦ ਕਿ ਅੰਦਰ ਖਾਤੇ ਮੈਂ ਤੁਹਾਨੂੰ ਮਾਊਂਟਬੈਟਨ ਦੀ ਟਾਪ ਸੀਕ੍ਰੇਟ ਜਿਹੜੀ ਹੈ ਤੁਹਾਨੂੰ ਮੈਂ ਦਿਖਾਣਾ ਕਿਵੇਂ ਤਾਰਾ ਸਿੰਘ ਨੇ ਪਲਾਨ ਕੀਤਾ ਜਿਨ੍ਹਾਂ ਨੂੰ ਮਾਰਨਾ ਮਾਰ ਦੇਣਾ ਜੀ ਉਸ ਗੱਲ ਤੋਂ ਇਹ ਸਾਰੀ ਗੱਲ ਜਿਹੜੀ ਹੈ ਕਤਲੇਆਮ ਸ਼ੁਰੂ ਹੋਇਆ ਉਸ ਤੋਂ ਬਾਅਦ ਇਹ ਦੇਖੋ ਇਹ ਉਹ ਕਿਤਾਬ ਹੈ ਮਾਊਂਟਬੈਟਨ ਐਂਡ ਦ ਪਾਰਟੀਸ਼ਨ ਆਫ ਇੰਡੀਆ ਜਿਹਦੇ ਵਿੱਚ ਇਹ ਮੈਂ ਲਗਾ ਦਿਆਂਗਾ ਤੁਹਾਨੂੰ ਮੈਂ WhatsApp ਭੇਜ ਦਿਆਂਗਾ ਇਹ ਮਾਊਂਟਬੈਟਨ ਦਾ ਟਾਪ ਸੀਕ੍ਰੇਟ ਡਾਕੂਮੈਂਟ ਹੈ ਇਹਦੇ ਵਿੱਚ ਬੜਾ ਸਾਫ਼ ਲਿਖਦਾ In my last week's report, I referred to the continued rumors that the Sikhs were likely to make trouble after Boundary Commission. ਸਿੱਖਾਂ ਨੂੰ particularly ਉਹ ਨਾਲ ਸਿੱਖਾਂ ਦਾ ਲੈਂਦਾ ਵੀ ਸਿੱਖ ਟਰਬਲ ਕਰਨਗੇ ਹੋਰ ਕਿਸੇ ਦਾ ਨਹੀਂ ਲਿਆ ਵੀ on August 5 ਅਗਸਤ ਨੂੰ ਮੈਂ ਇੰਗਲਿਸ਼ ਪੜ੍ਹ ਕੇ ਮੈਂ ਤੁਹਾਨੂੰ ਪੰਜਾਬੀ ਦੱਸ ਰਿਹਾ 5 ਅਗਸਤ ਨੂੰ ਜੈਨਕਿੰਸ ਜਿਹੜਾ ਗਵਰਨਰ ਸੀ ਉਹਨੇ ਇੱਕ ਪੁਲਿਸ ਅਫਸਰ ਭੇਜਿਆ ਮਾਊਂਟਬੈਟਨ ਦੇ ਕੋਲ ਦਿੱਲੀ ਜੀ ਉਹਦੇ ਵਿੱਚ ਉਹਨੇ ਜੋ ਦੱਸਿਆ ਬਈ ਉਹ ਮੇਨ ਸੀ
ਵੀ ਮਾਸਟਰ ਤਾਰਾ ਸਿੰਘ ਨੇ ਪਲਾਨ ਬਣਾਇਆ ਜਿਨ੍ਹਾਂ ਨੂੰ ਮਾਰਨ ਦਾ, ਔਰ ਉਹ ਟ੍ਰੇਨ ਉਡਾ ਦੇਣੀਆਂ ਜਿਹੜੀਆਂ ਦਿੱਲੀ ਤੋਂ ਕਰਾਚੀ ਜਾਣਗੀਆਂ ਮੁਸਲਮਾਨਾਂ ਨੂੰ ਲੈ ਕੇ। ਔਰ ਉਹਨਾਂ ਨੇ 11-12 ਅਗਸਤ ਰਾਤ ਨੂੰ ਗਿੱਦੜਬਾਹੇ ਦੇ ਨੇੜੇ ਇੱਕ ਟ੍ਰੇਨ ਉਡਾਈ ਵੀ। ਉਸ ਤੋਂ ਬਾਅਦ ਤਾਰਾ ਸਿੰਘ ਦਾ ਪਲਾਨ ਸੀ ਵੀ ਜਿਨ੍ਹਾਂ ਨੂੰ ਮਾਰ ਦੇਣਾ। ਇਹ ਗੱਲ 5 ਅਗਸਤ ਨੂੰ ਮੁਸਲਮਾਨਾਂ ਕੋਲ, ਉਹਦੇ 'ਚ ਪਟੇਲ ਵੀ ਸੀ, ਮੁਸਲਮਾਨ ਜਿਨ੍ਹਾਂ ਖੁਦ ਸੀ, ਮਾਊਂਟਬੈਟਨ ਖੁਦ ਸੀ, ਔਰ ਲਿਆਕਤ ਅਲੀ ਖਾਨ ਸੀ। ਇਹਨਾਂ ਦੇ ਸਾਹਮਣੇ ਇਹ ਗੱਲ ਹੋਈ ਵੀ ਜਿਨ੍ਹਾਂ ਤੈਨੂੰ ਇਹ ਮਾਸਟਰ ਤਾਰਾ ਸਿੰਘ ਮਾਰਨ ਨੂੰ ਫਿਰਦਾ, ਬਚ ਕੇ ਰਹੀ। ਜੀ ਮੈਂ ਇੰਗਲਿਸ਼ ਜਿਹੜਾ ਤੁਹਾਨੂੰ ਮੈਂ ਪੜ੍ਹ ਕੇ ਸੁਣਾਉਣਾ। This man's statement involved Master Tara Singh in the production of bombs and a Sikh plan to attack a certain headworks. Statements of other men who had been arrested involved Tara Singh in plans to wreck the trains carrying the Pakistan government staff from Delhi to Karachi, and in plans to assassinate Mr. Jinnah during the celebration in Karachi on August 15. Okay. किताब जी किसी टटपुंजिए का नहीं है, बहुत टॉप का एविडेंस है। और इस एविडेंस नू कोई भी इश्तियाक अहमद, राजमोहन गांधी और जगतार सिंह गरेवाल, कृपाल सिंह हिस्टोरीयन जिहड़ा पंजाबी यूनिवर्सिटी पटियाले सी, ਪ੍ਰਿਤਪਾਲ ਸਿੰਘ ਕਪੂਰ, ਜਿੰਨੇ ਵੀ ਨੇ, ਕਿਸੇ ਨੇ ਵੀ ਇਹ ਐਵੀਡੈਂਸ ਪੜ੍ਹ ਕੇ ਇਹਨੂੰ ਦਬਾ ਦਿੱਤਾ। ਇਹਦੇ ਤੇ ਕੋਈ ਕਿਸੇ ਨੇ ਗੱਲ ਨਹੀਂ ਕੀਤੀ। ਜੀ ਮੈਂ ਇਸ ਤੇ ਡਾਕਟਰ ਇਸ਼ਤਿਆਕ ਸਾਹਿਬ ਨਾਲ ਗੱਲ ਕਰਾਂਗਾ ਜ਼ਰੂਰ। ਜਿਹੜੀ ਤੁਸੀਂ ਬਿਲਕੁਲ ਯੂਨੀਕ ਚੀਜ਼ ਦੱਸੀ ਤੇ ਨਵੀਂ ਹੈ, ਤੇ ਜਾਂ ਤੁਸੀਂ ਜਿਵੇਂ ਕਹਿ ਰਹੇ ਹੋ, ਮੈਂ ਇਸ਼ਤਿਆਕ ਅਹਿਮਦ ਨੂੰ ਔਰ ਰਾਜਮੋਹਨ ਗਾਂਧੀ ਨੂੰ ਦੋਨਾਂ ਨੂੰ ਚੈਲੰਜ ਕਰਦਾ ਇਹ ਐਵੀਡੈਂਸ ਡਿਨਾਈ ਕਰਨ।